ਅਸੀਂ ਕਰ ਰਹੇ ਹਾਂ, ਧਿਆਨ ਅਸੀਂ ਕਹਿ ਰਹੇ ਹਾਂ, ਇਹ ਊਰਜਾ ਨੂੰ ਵਧਾਉਣ ਦਾ ਵਿਗਿਆਨ ਹੈ। ਇਟ ਇਜ਼ ਸਾਇੰਸ ਆਫ એનર્ਜੀ ਮੈਕਸਿਮਾਈਜੇਸ਼ਨ। ਸਾਡਾ ਜਿਹੜਾ ਸਰੀਰ ਹੈ ਉਹ ਊਰਜਾ ਨਾਲ ਬਣਿਆ ਹੈ, ਊਰਜਾ ਨਾਲ ਚੱਲਦਾ ਹੈ, ਔਰ ਜਿਸ ਵੇਲੇ ਸਾਡੇ ਸਰੀਰ ਦੀ ਊਰਜਾ ਖਤਮ ਹੋ ਜਾਂਦੀ ਹੈ ਤੇ ਸਾਡਾ ਜੀਵਨ ਵੀ ਖਤਮ ਹੋ ਜਾਂਦਾ ਹੈ। ਔਰ ਇਹ ਜੋ ਊਰਜਾ ਹੈ ਇਹ ਸਾਨੂੰ ਸਵਾਸਾਂ ਨਾਲ ਮਿਲਦੀ ਹੈ। ਹੁਣ ਇੱਥੇ ਪ੍ਰਸ਼ਨ ਇਹ ਉੱਠਦਾ ਹੈ ਕਿ ਅਸੀਂ ਇਹ ਸਵਾਸਾਂ ਦੀ ਊਰਜਾ ਨੂੰ ਵਧਾ ਸਕਦੇ ਹਾਂ, ਘਟਾ ਸਕਦੇ ਹਾਂ? ਕੀ ਇਹ ਸਾਡੇ ਹੱਥ ਵਿੱਚ ਹੈ ਸਵਾਸਾਂ ਦੀ ਊਰਜਾ ਨੂੰ ਵਧਾਣਾ ਤੇ ਘਟਾਣਾ? ਉਸੇ ਵਿਗਿਆਨ ਦੇ ਬਾਰੇ ਵਿੱਚ ਅੱਜ ਅਸੀਂ ਵਿਚਾਰ ਕਰਾਂਗੇ। ਹਰ ਇੱਕ ਸਵਾਸ ਜੋ ਅਸੀਂ ਲੈ ਰਹੇ ਹਾਂ ਇਹ ਪ੍ਰਾਣ ਊਰਜਾ ਨੂੰ, ਵਿਸ਼ਵ ਸ਼ਕਤੀ ਨੂੰ, ਬ੍ਰਹਿਮੰਡੀय ਊਰਜਾ ਨੂੰ ਸਾਡੇ ਅੰਦਰ ਲੈ ਕੇ ਆਉਂਦਾ ਹੈ। ਸਾਡੇ ਚਾਰੋਂ ਪਾਸੇ ਊਰਜਾ ਹੈ, ਲੇਕਿਨ ਸਾਨੂੰ ਇਹ ਊਰਜਾ ਕੇਵਲ ਸਵਾਸਾਂ ਨਾਲ ਮਿਲਦੀ ਹੈ। ਜਿਸ ਵੇਲੇ ਅਸੀਂ ਧਰਤੀ ਤੇ ਜਨਮ ਲੈਂਦੇ ਹਾਂ, शरीर बनता है, आत्मा शरीर विच प्रवेश करती है, और जो भी ऊर्जा श्वासा नाल मिलती है वो सारी आत्मा और शरीर नू मिलती है। लेकिन जिस तरह बच्चा जन्म ले लेता है और जो जो वो समाज विच, परिवार विच सब नू पहचानन लगता है, बोलना शुरू करता है, समाज नाल जुड़ता है ते मन बनन लग जाता है। हुण ए जिहड़ा मन है ए विचारां दा एक बंडल है, ए विचारां दी एक गठड़ी है जो हमेशा सानू याद करांदा रहंदा है, ए अच्छा है, ए बुरा है, ए ठीक है, ए ठीक नहीं है, ए मेरा मित्र है, ए मेरा दुश्मन है। मन का काम है ਉਹ ਜੋ ਸਾਰੇ ਅਸੀਂ ਜੀਵਨ ਦੇ ਅਨੁਭਵ ਕਰ ਰਹੇ ਹਾਂ ਉਹਨਾਂ ਨੂੰ ਯਾਦ ਰੱਖਣਾ ਤੇ ਬਾਰ-ਬਾਰ ਸਾਨੂੰ ਯਾਦ ਕਰਾਉਂਦੇ ਰਹਿਣਾ। ਹੁਣ ਇਹ ਜਿਹੜੇ ਮਨ ਦੇ ਅੰਦਰ ਹਰ ਵਕਤ ਵਿਚਾਰ ਚੱਲਦੇ ਰਹਿੰਦੇ ਹਨ, ਇਹ ਸਾਡੀ ਜਿਹੜੀ ਊਰਜਾ ਹੈ ਸਵਾਸਾਂ ਦੀ ਉਹਨੂੰ ਖਤਮ ਕਰਦੇ ਜਾਂਦੇ ਹਨ। ਹੁਣ ਨਾ ਤੇ ਸਰੀਰ ਨੂੰ ਪੂਰੀ ਊਰਜਾ ਮਿਲਦੀ ਹੈ, ਨਾ ਆਤਮਾ ਨੂੰ ਪੂਰੀ ਊਰਜਾ ਮਿਲਦੀ ਹੈ, ਕਿਉਂਕਿ ਮਨ ਹੀ ਸਾਰੀ ਊਰਜਾ ਨੂੰ ਖਰਚ ਕਰਦਾ ਰਹਿੰਦਾ ਹੈ। ਹਰ ਇੱਕ ਆਂਦਾ ਹੋਇਆ ਸਵਾਸ ਸਾਨੂੰ ਬ੍ਰਹਿਮੰਡ ਦੀ ਊਰਜਾ ਦਿੰਦਾ ਹੈ, ਔਰ ਹਰ ਇੱਕ ਜਾਂਦਾ ਹੋਇਆ ਸਵਾਸ ਸਾਡੇ ਸਰੀਰ ਦੀਆਂ ਅਸ਼ੁੱਧੀਆਂ ਜਿਹੜੀਆਂ ਹਨ ਉਹਨਾਂ ਨੂੰ ਬ੍ਰਹਿਮੰਡ ਵਿੱਚ ਵਿਲੀਨ ਕਰ ਦਿੰਦਾ ਹੈ, ਅਲੋਪ ਕਰ ਦਿੰਦਾ ਹੈ। ਅੱਜ ਵਿਗਿਆਨ ਇਹ ਸਿੱਧ ਕਰਦਾ ਹੈ ਕਿ ਅਸੀਂ ਜੋ ਸਵਾਸ ਲੈ ਰਹੇ ਹਾਂ, ਅਗਰ ਅਸੀਂ ਸਹੀ ਤਰੀਕੇ ਨਾਲ ਖੁੱਲ ਕੇ ਸਵਾਸ ਲੈ ਰਹੇ ਹਾਂ ਔਰ ਸਹੀ ਤਰੀਕੇ ਨਾਲ ਸਵਾਸ ਸਾਡੇ ਸਰੀਰ ਤੋਂ ਬਾਹਰ ਜਾ ਰਿਹਾ ਹੈ ਤੇ ਅਸੀਂ ਬਿਮਾਰ ਨਹੀਂ ਹੋ ਸਕਦੇ। ਅਸੀਂ ਬਿਮਾਰ ਐਸੇ ਕਰਕੇ ਹੁੰਨੇ ਆ ਕਿਉਂਕਿ ਸਾਡੇ ਸਵਾਸ ਜਿਹੜੇ ਹਨ ਉਹ ਬਹੁਤ ਜ਼ਿਆਦਾ ਸੋਚਣੇ ਨਾਲ ਉਹ ਦਬ ਜਾਂਦੇ ਹਨ, ਔਰ ਮਨ ਸਾਰੀ ਊਰਜਾ ਖਰਚ ਕਰਦਾ ਹੈ, ਔਰ ਸਵਾਸ ਜਿਹੜੇ ਦਬ ਜਾਂਦੇ ਹਨ, ਖੁੱਲ ਕੇ ਅਸੀਂ ਸਵਾਸ ਨਹੀਂ ਲੈ ਪਾਉਂਦੇ, ਔਰ ਇਹੀ ਸਾਡੇ ਸਰੀਰ ਵਿੱਚ ਬਿਮਾਰੀ ਦਾ ਕਾਰਨ ਹੈ। ਨਾ ਤੇ ਅਸੀਂ ਪੂਰਾ ਸਵਾਸ ਲੈਂਦੇ ਹਾਂ, ਨਾ ਅਸੀਂ ਪੂਰਾ ਸਵਾਸ ਛੋੜਦੇ ਹਾਂ, ਔਰ ਕਿਉਂਕਿ ਅਸੀਂ ਪੂਰਾ ਸਵਾਸ ਨਹੀਂ ਲੈ ਰਹੇ ਇਹਦਾ ਅਰਥ ਇਹ ਹੋਇਆ ਕਿ ਸਾਡੇ ਅੰਦਰ ਜਿੰਨੀ ਬ੍ਰਹਮੰਡ ਦੀ ਸ਼ਕਤੀ ਜਾਣੀ ਚਾਹੀਦੀ ਹੈ ਉਹ ਨਹੀਂ ਜਾ ਰਹੀ, ਔਰ ਕਿਉਂਕਿ ਅਸੀਂ ਪੂਰਾ ਸਵਾਸ ਛੋੜ ਨਹੀਂ ਰਹੇ ਤੇ ਇਹਦਾ ਅਰਥ ਇਹ ਹੋਇਆ ਕਿ ਸਾਡੇ ਅੰਦਰ ਜਿਹੜੀ ਬ੍ਰਹਮੰਡ ਦੀ ਸ਼ਕਤੀ ਨੇ ਅਸ਼ੁੱਧੀਆਂ ਬਾਹਰ ਕੱਢਣੀਆਂ ਸੀ ਉਹ ਵੀ ਪੂਰੀ ਤਰ੍ਹਾਂ ਨਹੀਂ ਨਿਕਲ ਰਹੀਆਂ, ਔਰ ਉਹ ਅਸ਼ੁੱਧੀਆਂ ਸਰੀਰ ਵਿੱਚ ਜਮਾ ਹੋ ਰਹੀਆਂ ਹਨ, ਐਸੇ ਕਰਕੇ ਅਸੀਂ ਬਿਮਾਰ ਹੋ ਰਹੇ ਹਾਂ। ਹਰ ਰਾਤੀ ਨੀਂਦਰ ਵਿੱਚ ਸਾਨੂੰ ਇਹ ਪ੍ਰਾਣ ਊਰਜਾ ਮਿਲਦੀ ਹੈ, ਕਿਉਂਕਿ ਰਾਤੀ ਅਸੀਂ ਸੋ ਜਾਂਦੇ ਹਾਂ, ਸਾਡੇ ਸਵਾਸ ਤੇ ਚੱਲਦੇ ਹੀ ਰਹਿੰਦੇ ਹਨ, ਲੇਕਿਨ ਉਹ ਸਵਾਸ ਖਰਚ ਨਹੀਂ ਹੁੰਦੇ। ਉਹ ਜਿਹੜੀ ਊਰਜਾ ਹੈ ਉਹ ਬਹੁਤ ਹੀ ਘੱਟ ਖਰਚ ਹੁੰਦੀ ਹੈ ਕਿਉਂਕਿ ਮਨ ਵੀ ਸੋ ਗਿਆ ਹੈ। ਔਰ ਜਿਹੜੀ ਇਹ ਨੀਂਦਰ ਹੈ ਇਹ ਸਾਡਾ ਅਚੇਤਨ ਧਿਆਨ ਹੈ, ਧਿਆਨ ਹੋ ਰਿਹਾ ਹੈ ਲੇਕਿਨ ਸਾਨੂੰ ਕੋਈ ਹੋਸ਼ ਨਹੀਂ ਹੈ, ਅਸੀਂ ਬੇਹੋਸ਼ ਹਾਂ। ਅਸੀਂ ਆਪਣੇ ਆਪ ਨਾਲ ਜੁੜ ਰਹੇ ਹਾਂ, ਉਸ ਬ੍ਰਹਿਮੰਡ ਦੀ ਸ਼ਕਤੀ ਨਾਲ ਜੁੜ ਰਹੇ ਹਾਂ, ਲੇਕਿਨ ਸਾਨੂੰ ਕੋਈ ਹੋਸ਼ ਨਹੀਂ ਹੈ, ਅਸੀਂ ਬੇਹੋਸ਼ੀ ਦੀ ਹਾਲਤ ਵਿੱਚ ਹਾਂ, ਔਰ ਸਾਡੇ ਅੰਦਰ ਊਰਜਾ ਨਾਲ ਕੀ ਹੋ ਰਿਹਾ ਹੈ ਸਾਨੂੰ ਉਹਦਾ ਕੁਝ ਵੀ ਪਤਾ ਨਹੀਂ ਚੱਲਦਾ। ਲੇਕਿਨ ਜਿਸ ਸਮੇਂ ਅਸੀਂ ਆਪਣੀ ਜਾਗਦੀ ਹੋਈ ਅਵਸਥਾ ਵਿੱਚ ਹੱਥਾਂ ਨੂੰ ਕ੍ਰਾਸ ਕਰਕੇ, ਪੈਰਾਂ ਨੂੰ ਕ੍ਰਾਸ ਕਰਕੇ, ਅੱਖਾਂ ਬੰਦ ਕਰਕੇ ਆਪਣੇ ਸਵਾਸਾਂ ਨੂੰ ਮਹਿਸੂਸ ਕਰਨੇ ਹਾਂ, ਸਵਾਸਾਂ ਨਾਲ ਚੱਲ ਰਹੀ ਊਰਜਾ ਨੂੰ ਮਹਿਸੂਸ ਕਰਨੇ ਹਾਂ, ਤੇ ਅਸੀਂ ਜਾਗਦੇ ਹੋਏ ਆਪਣੇ ਨਾਲ ਸੰਬੰਧ ਬਣਾਉਂਦੇ ਹਾਂ, ਇਸ ਬ੍ਰਹਿਮੰਡ ਦੀ ਊਰਜਾ ਨਾਲ ਸੰਬੰਧ ਬਣਾਉਂਦੇ ਹਾਂ। ਇਸ ਵਾਸਤੇ ਨੀਂਦ ਨੂੰ ਅਚੇਤਨ ਧਿਆਨ ਕਿਹਾ ਜਾਂਦਾ ਹੈ ਔਰ ਧਿਆਨ ਨੂੰ ਸਚੇਤਨ ਨੀਂਦ ਕਿਹਾ ਜਾਂਦਾ ਹੈ। ਨੀਂਦ ਵਿੱਚ ਧਿਆਨ ਹੋ ਰਿਹਾ ਹੈ ਸਾਨੂੰ ਕੁਝ ਪਤਾ ਨਹੀਂ, ਲੇਕਿਨ ਅਸੀਂ ਜਦ ਜਾਗਦੇ ਹੋਏ ਧਿਆਨ ਕਰ ਰਹੇ ਹਾਂ ਤੇ ਧਿਆਨ ਵਿੱਚ ਹੀ ਸਾਡੀ ਨੀਂਦ ਦੀ ਜ਼ਰੂਰਤ ਵੀ ਪੂਰੀ ਹੋ ਰਹੀ ਹੈ, ਔਰ ਅਸੀਂ ਸਭ ਕੁਝ ਜਾਣਦੇ ਹਾਂ, ਅਨੁਭਵ ਕਰਦੇ ਹਾਂ। ਔਰ ਨੀਂਦ ਔਰ ਧਿਆਨ ਵਿੱਚ ਇਹ ਫਰਕ ਹੈ। ਉਹ ਬੇਹੋਸ਼ੀ ਦੀ ਹਾਲਤ ਵਿੱਚ ਊਰਜਾ ਗ੍ਰਹਿਣ ਕਰਨਾ ਹੈ, ਇਹ ਪੂਰੇ ਹੋਸ਼ ਵਿੱਚ ਊਰਜਾ ਗ੍ਰਹਿਣ ਕਰਨਾ ਹੈ।
ਅੱਜ ਵਿਗਿਆਨ ਇਹ ਕਹਿੰਦਾ ਹੈ ਕਿ ਇੱਕ ਆਦਮੀ 60,000 ਵਿਚਾਰ ਕਰਦਾ ਹੈ ਇੱਕ ਦਿਨ ਵਿੱਚ, ਔਰ ਉਹ ਜਿਹੜੇ 60,000 ਵਿਚਾਰ ਹਨ ਉਹ ਸਾਡੀ ਊਰਜਾ ਨੂੰ, ਬ੍ਰਹਿਮੰਡ ਦੀ ਊਰਜਾ ਨੂੰ ਸਾਡੇ ਸਰੀਰ ਦੇ ਅੰਦਰ ਜਾਣ ਨਹੀਂ ਦਿੰਦੇ। ਜਿਸ ਤਰ੍ਹਾਂ ਤੁਸੀਂ ਇਹ ਪਿਕਚਰ ਦੇਖ ਰਹੇ ਹੋ ਕਿ ਗੋਲ ਗੋਲ ਗੁਬਾਰੇ ਬਣੇ ਹਨ, ਇਹ ਸਾਡੇ ਵਿਚਾਰ ਹਨ। ਔਰ ਬ੍ਰਹਿਮੰਡ ਦੀ ਊਰਜਾ ਜਿਹੜੀ ਬਲੂ ਲਾਈਟ ਹੈ, ਨੀਲੇ ਰੰਗ ਦੀ ਜਿਹੜੀ ਇੱਕ ਪ੍ਰਕਾਸ਼ ਦੀ ਲਾਈਟ, ਇੱਕ ਪ੍ਰਕਾਸ਼ ਹੈ, ਉਹ ਸਾਡੇ ਸਰੀਰ ਵਿੱਚ ਨਹੀਂ ਜਾ ਪਾ ਰਿਹਾ ਕਿਉਂਕਿ ਸਾਡੇ ਵਿਚਾਰਾਂ ਨੇ ਉਹਨੂੰ ਇੱਥੇ ਹੀ ਰੋਕ ਲਿਆ ਹੈ। ਔਰ ਕਿਉਂਕਿ ਉਹ ਊਰਜਾ ਸਾਡੇ ਅੰਦਰ ਨਹੀਂ ਜਾ ਰਹੀ ਤੇ ਸਾਡਾ ਜਿਹੜਾ ਊਰਜਾ ਸਰੀਰ ਹੈ, ਇੱਕ ਸਾਡਾ ਭੌਤਿਕ ਸਰੀਰ ਹੈ ਜਿਹਨੂੰ ਅਸੀਂ ਜਾਣਦੇ ਹਾਂ, ਇਹਦੇ ਅੰਦਰ ਸਾਡਾ ਊਰਜਾ ਸਰੀਰ ਹੈ। ਊਰਜਾ ਸਰੀਰ ਨੂੰ ਊਰਜਾ ਨਹੀਂ ਮਿਲ ਰਹੀ ਤੇ ਊਰਜਾ ਸਰੀਰ ਹੌਲੀ ਹੌਲੀ ਊਰਜਾ ਦੀ ਕਮੀ ਨਾਲ ਬਿਮਾਰ ਹੋ ਜਾਂਦਾ ਹੈ। ਜਿਹੜੇ ਤੁਸੀਂ ਲਾਲ ਲਾਲ ਰੰਗ ਦੇ ਪੈਚ ਦੇਖ ਰਹੇ ਹੋ, ਇਹ ਊਰਜਾ ਦੀ ਕਮੀ ਕਰਕੇ ਊਰਜਾ ਦੇ ਰਸਤੇ ਰੁਕ ਜਾਂਦੇ ਹਨ ਔਰ ਸਾਡੇ ਸਰੀਰ ਵਿੱਚ ਬਿਮਾਰੀ ਉਤਪੰਨ ਹੋ ਜਾਂਦੀ ਹੈ। ਔਰ ਇਹ ਬਿਮਾਰੀ ਸਰੀਰ ਦੇ ਉੱਪਰ ਬਿਮਾਰੀ ਆਉਣ ਤੋਂ 6 ਮਹੀਨੇ ਪਹਿਲੇ ਸਾਡੇ ਅੰਦਰ ਬਿਮਾਰੀ ਬਣਨੀ ਸ਼ੁਰੂ ਹੋ ਜਾਂਦੀ ਹੈ ਔਰ ਡਾਕਟਰਾਂ ਨੂੰ 6 ਮਹੀਨੇ ਬਾਅਦ ਪਤਾ ਲੱਗਦਾ ਹੈ, ਸਾਨੂੰ 6 ਮਹੀਨੇ ਬਾਅਦ ਪਤਾ ਲੱਗਦਾ ਹੈ ਕਿ ਸਾਡੇ ਇਸ ਹਿੱਸੇ ਵਿੱਚ ਬਿਮਾਰੀ ਆ ਗਈ ਹੈ। ਸਾਡੇ ਅੰਦਰ ਇਹ ਬਿਮਾਰੀਆਂ ਕਿਉਂ ਆਉਂਦੀਆਂ ਹਨ? ਇੱਕ ਤੇ ਸਾਡੇ ਅੰਦਰ ਊਰਜਾ ਦੀ ਕਮੀ ਹੋ ਜਾਂਦੀ ਹੈ ਔਰ ਦੂਜਾ ਸਾਨੂੰ ਸਾਰੀ ਦੁਨੀਆ ਦੀ ਚਿੰਤਾ ਹੈ। ਹਰ ਵਕਤ ਸੌਂਦੇ ਜਾਗਦੇ ਅਸੀਂ ਸੋਚਦੇ ਹੀ ਰਹਿੰਦੇ ਹਾਂ ਕਿ ਅਗਰ ਅਸੀਂ ਸੋਚਾਂਗੇ ਨਹੀਂ ਤੇ ਦੁਨੀਆ ਕਿਸ ਤਰ੍ਹਾਂ ਚੱਲੇਗੀ, ਜਦ ਕਿ ਸੱਚਾਈ ਹੈ ਵੇ ਕਿ ਅਸੀਂ ਦੁਨੀਆ ਤੋਂ ਚਲੇ ਜਾਵਾਂਗੇ, ਇਹ ਦੁਨੀਆ ਫਿਰ ਵੀ ਚਲਦੀ ਰਹੇਗੀ। ਫਿਰ ਅਸੀਂ ਇੰਨੀ ਚਿੰਤਾ ਕਿਉਂ ਕਰਦੇ ਹਾਂ? ਆਪਣੀ ਚਿੰਤਾ, ਪਰਿਵਾਰ ਦੀ ਚਿੰਤਾ, ਸਮਾਜ ਦੀ ਚਿੰਤਾ, ਜਿਹਨੂੰ ਨਹੀਂ ਜਾਣਦੇ ਉਹਦੇ ਬਾਰੇ ਵਿੱਚ ਵੀ ਚਿੰਤਾ, ਔਰ ਚਿੰਤਾ ਕਰ ਕਰਕੇ ਅਸੀਂ ਉਸ ਬ੍ਰਹਿਮੰਡ ਦੀ ਊਰਜਾ ਦਾ ਰਸਤਾ ਰੋਕ ਲੈਂਦੇ ਹਾਂ। ਔਰ ਜਦ ਅਸੀਂ ਬ੍ਰਹਿਮੰਡ ਦੀ ਊਰਜਾ ਦਾ ਰਸਤਾ ਰੋਕ ਲੈਂਦੇ ਹਾਂ, ਚਿੰਤਾ ਕਰ ਕਰਕੇ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਦੇ, ਅਸੀਂ ਆਪਣਾ ਹੀ ਨੁਕਸਾਨ ਕਰਦੇ ਹਾਂ। ਸਾਡੇ ਸਰੀਰ ਦੇ ਅੰਦਰ ਊਰਜਾ ਦੀ ਕਮੀ ਹੋਣ ਲੱਗ ਜਾਂਦੀ ਹੈ ਔਰ ਅਸੀਂ ਬਿਮਾਰ ਹੋਣ ਲੱਗ ਜਾਂਦੇ ਹਾਂ। ਅਗਰ ਅਸੀਂ ਆਪਣੇ ਆਪ ਨੂੰ ਠੀਕ ਕਰਨਾ ਚਾਹੁੰਦੇ ਹਾਂ ਤੇ ਅਸੀਂ ਇਸ ਵਿਗਿਆਨਿਕ ਵਿਧੀ ਨਾਲ ਊਰਜਾ ਨੂੰ ਵਧਾਉਣ ਦੇ ਵਿਗਿਆਨ ਨੂੰ ਸਮਝ ਕੇ ਅਸੀਂ ਆਪਣੇ ਆਪ ਨੂੰ, ਚਾਹੇ ਸਾਨੂੰ ਕੋਈ ਵੀ ਬਿਮਾਰੀ ਹੈ, ਸਿਰ ਦਰਦ ਤੋਂ ਲੈ ਕੇ ਕੈਂਸਰ ਤੱਕ, ਅਸੀਂ ਇਸ ਧਿਆਨ ਵਿਗਿਆਨ ਨਾਲ ਠੀਕ ਕਰ ਸਕਦੇ ਹਾਂ ਆਪਣੀ ਊਰਜਾ ਨੂੰ ਵਧਾ ਕੇ। ਹੁਣ ਅਸੀਂ ਜੋ ਹੱਥਾਂ ਨੂੰ ਕ੍ਰਾਸ ਕਰਦੇ ਹਾਂ, ਪੈਰਾਂ ਨੂੰ ਕ੍ਰਾਸ ਕਰਦੇ ਹਾਂ, ਅੱਖਾਂ ਬੰਦ ਕਰਦੇ ਹਾਂ, ਇਹਦਾ ਕੀ ਕਾਰਨ ਹੈ? ਕਿਉਂ ਇਸ ਤਰ੍ਹਾਂ ਕਰਦੇ ਹਾਂ? 80% એનર્ਜੀ, 80% ਊਰਜਾ ਸਾਡੀਆਂ ਅੱਖਾਂ ਤੋਂ ਬਾਹਰ ਦੇ ਸੰਸਾਰ ਵਿੱਚ ਜਾਂਦੀ ਹੈ, 10% ਹੱਥਾਂ ਤੋਂ ਜਾਂਦੀ ਹੈ, 10% ਪੈਰਾਂ ਤੋਂ ਜਾਂਦੀ ਹੈ। ਹੁਣ ਸਾਡੀ ਸਾਰੀ 100% ਊਰਜਾ ਬਾਹਰ ਦੀ ਦੁਨੀਆ ਵਿੱਚ ਲੱਗੀ ਹੋਈ ਹੈ, ਅਸੀਂ ਬਾਹਰ ਦੀ ਦੁਨੀਆ ਵਿੱਚ ਕੰਮ ਕਰ ਰਹੇ ਹਾਂ ਔਰ ਅੰਦਰੋਂ ਸਾਡੀ ਊਰਜਾ ਘਟ ਰਹੀ ਹੈ। ਫਿਰ ਅਸੀਂ ਥੱਕ ਜਾਂਦੇ ਹਾਂ, ਅਸੀਂ ਰਾਤੀ ਸੋ ਜਾਂਦੇ ਹਾਂ ਔਰ ਫਿਰ ਸਾਨੂੰ ਊਰਜਾ ਮਿਲਦੀ ਹੈ ਔਰ ਫਿਰ ਅਸੀਂ ਅਗਲੇ ਦਿਨ ਕੰਮ ਕਰਨ ਵਾਸਤੇ ਤਿਆਰ ਹੋ ਜਾਂਦੇ ਹਾਂ। ਔਰ 100% ਸਾਡੀ ਊਰਜਾ ਹਰ ਵਕਤ ਬਾਹਰ ਦੇ ਸੰਸਾਰ ਵਿੱਚ ਹੀ ਲੱਗੀ ਹੋਈ ਹੈ। ਔਰ ਅਗਰ ਕਿਸੇ ਨੂੰ ਸਹੀ ਨੀਂਦ ਨਾ ਆਏ ਤੇ ਡਾਕਟਰ ਉਹਨੂੰ ਨੀਂਦ ਦੀਆਂ ਗੋਲੀਆਂ ਦਿੰਦਾ ਹੈ, ਕਿਉਂਕਿ ਜਦ ਤੱਕ ਬੰਦਾ ਗਹਿਰੀ ਨੀਂਦ ਵਿੱਚ ਸੋਏਗਾ ਨਹੀਂ, ਉਹਦਾ ਮਨ ਜਿਹੜਾ ਹੈ ਉਹ ਵਿਚਾਰਾਂ ਤੋਂ ਖਾਲੀ ਨਹੀਂ ਹੋਏਗਾ। ਔਰ ਜਦ ਤੱਕ ਮਨ ਵਿਚਾਰਾਂ ਤੋਂ ਖਾਲੀ ਨਹੀਂ ਹੋਏਗਾ, ਉਹ ਬ੍ਰਹਿਮੰਡ ਦੀ ਊਰਜਾ ਨੂੰ ਸੁੱਤੇ ਹੋਏ ਵੀ ਗ੍ਰਹਿਣ ਨਹੀਂ ਕਰ ਪਾਏਗਾ। ਇਸ ਵਾਸਤੇ ਨੀਂਦਰ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਅੱਜ अधिकतर लोग नींदर की गोली तो बिना सो नहीं सकते, ਇੰਨੀ ਅੰਦਰ ਊਰਜਾ ਦੀ ਕਮੀ ਹੋ ਗਈ ਹੈ। ਜਿਸ ਵੇਲੇ ਅਸੀਂ ਆਪਣੇ ਹੱਥਾਂ ਨੂੰ ਕ੍ਰਾਸ ਕਰ ਲੈਂਦੇ ਹਾਂ, ਪੈਰਾਂ ਨੂੰ ਕ੍ਰਾਸ ਕਰ ਲੈਂਦੇ ਹਾਂ, ਅੱਖਾਂ ਬੰਦ ਕਰ ਲੈਂਦੇ ਹਾਂ, ਇਹ ਸਾਡੀ 100% ਊਰਜਾ ਸਰੀਰ ਦੀ ਜਿਹੜੀ ਹੈ ਇਹ ਬਾਹਰ ਨਾ ਜਾ ਕੇ ਵਾਪਿਸ ਸਾਡੇ ਹੀ ਅੰਦਰ ਜਾਣਾ ਸ਼ੁਰੂ ਕਰਦੀ ਹੈ। ਔਰ ਜਿਉਂ-ਜਿਉਂ ਊਰਜਾ ਸਾਡੇ ਅੰਦਰ ਜਾਂਦੀ ਹੈ, ਸਾਡੇ ਅੰਦਰ ਬਹੁਤ ਬਦਲਾਵ ਹੋਣ ਲੱਗ ਜਾਂਦਾ ਹੈ, ਸਾਡਾ ਮਨ ਸ਼ਾਂਤ ਹੋਣ ਲੱਗ ਜਾਂਦਾ ਹੈ, ਸਾਡੇ ਵਿਚਾਰ ਘਟਣ ਲੱਗ ਜਾਂਦੇ ਹਨ ਔਰ ਸਾਨੂੰ ਬਹੁਤ ਸ਼ਾਂਤੀ ਮਿਲਦੀ ਹੈ, ਆਨੰਦ ਮਿਲਦਾ ਹੈ। ਇਸ ਵਾਸਤੇ ਜਿਸ ਵਕਤ ਵੀ ਅਸੀਂ ਧਿਆਨ ਕਰਨਾ ਹੈ, ਉਸ ਵਕਤ ਅਸੀਂ ਅੱਖਾਂ ਨੂੰ ਬੰਦ ਰੱਖਣਾ ਹੈ, ਹੱਥਾਂ ਨੂੰ ਕ੍ਰਾਸ ਰੱਖਣਾ ਹੈ, ਪੈਰਾਂ ਨੂੰ ਕ੍ਰਾਸ ਰੱਖਣਾ ਹੈ, ਕਿਉਂਕਿ ਇਹ 3 ਦਰਵਾਜ਼ੇ ਹਨ ਜਿੱਥੋਂ ਸਾਡੀ ਊਰਜਾ ਬਾਹਰ ਜਾਂਦੀ ਹੈ। ਔਰ ਅਗਰ ਅਸੀਂ ਇਹ ਤਿੰਨੋਂ ਦਰਵਾਜ਼ੇ ਬੰਦ ਕਰ ਲੈਂਦੇ ਹਾਂ ਤੇ ਸਾਡੀ ਊਰਜਾ ਬਾਹਰ ਨਾ ਜਾ ਕੇ ਅੰਦਰ ਜਾਏਗੀ। ਅਗਰ ਅਸੀਂ ਅੱਖਾਂ ਖੋਲ ਕੇ ਧਿਆਨ ਕਰ ਰਹੇ ਹਾਂ ਤੇ ਇਹਦਾ ਮਤਲਬ ਹੈ 80% ਊਰਜਾ ਤੇ ਬਾਹਰ ਦੀ ਦੁਨੀਆ ਨੂੰ ਵਿੱਚ ਹੀ ਜਾ ਰਹੀ ਹੈ, ਉਹ ਧਿਆਨ ਨਹੀਂ ਹੈ। जिस वक्त भी ध्यान करना है, अखा बंद करके, हत्थां नूं क्रॉस करके, पैरां नूं क्रॉस करके श्वासां नूं महसूस करना है। श्वासां नाल एक होना ही ध्यान है। ध्यान कोई मंत्र जाप नहीं है, ध्यान प्रार्थना नहीं है, ध्यान कोई कीर्तन नहीं है, कोई भजन बंदगी, भजन करना ध्यान नहीं है। ध्यान का अर्थ है अपनी ऊर्जा नूं, जेड़ा चारों तरफ फैलिया होया मन है, संसार विच जेड़ा खिंडा होया मन है, ਉਹਨੂੰ ਸੰਸਾਰ ਤੋਂ ਹਟਾ ਕੇ ਆਪਣੇ ਅੰਦਰ ਲੈ ਕੇ ਆਣਾ,
ਉਹ ਧਿਆਨ ਹੈ। ਅੱਜ ਅਸੀਂ ਕੰਪਿਊਟਰ ਯੂਜ਼ ਕਰਨੇ ਹਾਂ ਤੇ ਸਾਰੇ ਜਾਣਦੇ ਨੇ ਕਿ ਕੰਪਿਊਟਰ ਵਿੱਚ 3 ਬਟਨ ਹੁੰਦੇ ਹਨ, ਕੰਟਰੋਲ, ਆਲਟ, ਡਿਲੀਟ। अगर असी कोई इंफॉर्मेशन, कोई सूचना कंप्यूटर तो हमेशा हमेशा वास्ते हटा देना चाहते हाँ, मिटा देना चाहते हाँ, असी ये 3 बटन इको बारी प्रेस करते हाँ, वो जिहड़ी सूचना है वो साडे कंप्यूटर तो हमेशा वास्ते डिलीट हो जाती है। ऐसे तरह यह साडा जो मन है, यह शरीर है, यह ब्रह्मांड का सब तो जटिल कंप्यूटर है और जो पूरे ब्रह्मांड का ज्ञान है इस कंप्यूटर ਦੇ ਵਿੱਚ ਹੈ। लेकिन ਜਿਹੜੇ ਸਾਡੇ ਵਿਚਾਰ ਦਿਨ ਰਾਤ ਚੱਲ ਰਹੇ ਹਨ ਉਹ ਸਾਨੂੰ ਉਸ ਗਿਆਨ ਨਾਲ, ਉਸ ਊਰਜਾ ਨਾਲ ਜੁੜਨ ਨਹੀਂ ਦਿੰਦੇ ਔਰ ਉਸ ਬ੍ਰਹਿਮੰਡ ਦੀ ਊਰਜਾ ਨੂੰ ਲੈਣ ਵਾਸਤੇ, ਉਸ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਵੀ ਇਹ 3 ਬਟਨ ਦਬਾ ਸਕਦੇ ਹਾਂ, ਕੰਟਰੋਲ, ਆਲਟ, ਡਿਲੀਟ। यानी ਅੱਖਾਂ ਬੰਦ ਕਰ ਲਈਏ, ਹੱਥਾਂ ਨੂੰ ਕ੍ਰਾਸ ਕਰ ਲਈਏ, ਪੈਰਾਂ ਨੂੰ ਕ੍ਰਾਸ ਕਰ ਲਈਏ ਔਰ ਸਵਾਸਾਂ ਨਾਲ ਇੱਕ ਹੋ ਜਾਈਏ ਕਿ ਜੋ ਵੀ ਫालतू ਦੇ ਵਿਚਾਰ ਹਨ, जो भी नकारात्मक विचार हैं वो अपने आप साडे सिस्टम तो डिलीट होंदे जाणगे, मिटदे जाणगे, हटदे जाणगे। इस वास्ते जदों भी बैठना है हत्थां नूं क्रॉस करके, पैरां नूं क्रॉस करके, अखां बंद करके स्वासां नाल एक होना है ताकि असी अपनी ऊर्जा नूं वधा सकीए। अगर असी अखां खोल के, हत्थां नूं खोल के, पैरां नूं खोल के बैठे हाँ ते सानूं चाहे पता है चाहे नहीं पता, साडी ऊर्जा बाहर दी दुनिया विच ही जा रही है और अंदरों ऊर्जा घट रही है। इस वास्ते दिन दे किसी भी समय, जिस समय तुहानू समय मिले, अखा बंद करो, हत्थां नूं क्रॉस करो, पैरां नूं क्रॉस करो ते अपने आप नाल एक हो जाओ, उस ब्रह्मांड दी ऊर्जा नाल एक हो जाओ, श्वासां नाल एक हो जाओ, अपने आप नाल दोस्ती करो, अपने श्वासां नाल दोस्ती करो क्योंकि ए श्वासां दी दोस्ती ही आखिरी साह तक साडे नाल जाएगी। सारे छड्ड जाणगे लेकिन ए श्वास साडा साथ नहीं छड्डदे। बंदा चाहे कौमा विच चला जाए लेकिन श्वास फिर भी चलते रहते हैं। श्वास अपनी मित्रता निभाते रहते हैं लेकिन असी श्वासां तो दूर रहते हाँ, असी श्वासां नाल मित्रता नहीं करते। ए मित्रता एक तरफा है, असी दो तरफा मित्रता रखनी है कि जिस तरह श्वास दिन रात साडे नाल मित्रता कर रहे हैं, असी भी श्वासां नाल मित्रता करिए। और की होएगा जदों असी श्वासां नाल मित्रता करांगे, ब्रह्मांड दी ऊर्जा दा एक फवारा साडे अंदर आंदा रहेगा। इस तरह ही है जिस तरह असी फुआरे दे थले खड़े होके नहा रहे हाँ, इशनान कर रहे हाँ। हुण असी जो शरीर दा इशनान करदे हाँ फुआरे दे थले खड़े होके, ओदे नाल साडा शरीर पवित्र हुंदा है, शरीर जो है वो तरो ताजा हुंदा है। लेकिन मन ते दिखाई नहीं देंदा। ते मन नूं तरो ताजा किस तरह करिए? मन नूं तरो ताजा करन वास्ते, चिंता मुक्त करन वास्ते, विचारां तो मुक्त करन वास्ते असी इस ब्रह्मांड दा जो ऊर्जा दा फवारा है ਉਹਦੇ ਥੱਲੇ ਆਪਣੇ ਮਨ ਨੂੰ ਅਸੀਂ ਇਸ਼ਨਾਨ ਕਰਾਈਏ ताकि साडा मन शांत होए और असी उस अंदर दे असीम आनंद ਨੂੰ अनुभव कर सकीए। और क्योंकि मन दिखाई नहीं देंदा ते मन ਨੂੰ साफ करन ते स्वच्छ करन ते इशनान करान दे साधन भी दिखाई नहीं देंदे। ते मन ਨੂੰ स्वच्छ करन दा, इशनान करान दा साधन है ब्रह्मांड दी ऊर्जा। जिस वेले असी अपने आप नाल जुड़ने हाँ, उस ब्रह्मांड दी ऊर्जा ਨੂੰ महसूस करने हाँ ते हौली हौली साडा मन शांत हो जाता है और साडा मन उस ऊर्जा दे थल्ले इशनान करन लग जाता है, पवित्र होने लग जाता है। और ज्यों-ज्यों मन पवित्र होता है, शरीर स्वस्थ हो जाता है क्योंकि मन जड़ है और शरीर ओदा फल है। ਅਸੀਂ शरीर ਦਾ ਤੇ ਧਿਆਨ ਬਹੁਤ ਰੱਖਨੇ ਹਾਂ लेकिन मन की तरफ साडा कोई ध्यान नहीं है। जबकि आज विज्ञान यह कह रहा है कि हर एक मनुष्य की बीमारी साइकोसोमैटिक है, यानी मन उस बीमारी की जड़ है। अगर मन ठीक हो गया तो तुसी बिना किसी दवाई तो बीमारी तो आजाद हो सकते हो, मुक्त हो सकते हो, केवल और केवल अपनी ऊर्जा बढ़ा के खुद नू ठीक कर सकते हो। और वो ऊर्जा की जो चाबी है, वो चाबी कित्ते है? वो चाबी साडे श्वासां कोल है। वो ऊर्जा सानू श्वासां नाल मिलती है और इस श्वासां की जो चाबी है, इहदे नाल साडे अंदर दे और ब्रह्मांड दे सारे राज खुल जाते हैं। ते समय कढ के हर दिन अपनी उम्र के हिसाब नाल श्वासां नाल जरूर जुड़ो। अगर तुहाडी उम्र 30 साल है तो 30 मिनट अपने वास्ते समय कढो, श्वासां नाल जुड़ो। अगर तुहाडी उम्र 60 साल है तो 60 मिनट श्वासां नाल जुड़ो। और अगर तुसी इक्को बारी 60 मिनट नहीं बैठ सकते, 2 बारी,
3 ਵਾਰੀ ਬੈਠੋ ਔਰ ਇਸ ਊਰਜਾ ਨੂੰ ਵਧਾਓ। ਔਰ ਇਹ ਊਰਜਾ ਦਾ ਜੋ ਵਿਗਿਆਨ ਹੈ, ਇਹਦਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਕੋਈ ਧਾਰਮਿਕ ਗੱਲਾਂ ਨਹੀਂ ਹਨ, ਇਹ ਵਿਗਿਆਨ ਦੀ ਗੱਲ ਹੈ, ਊਰਜਾ ਨੂੰ ਵਧਾਉਣ ਦੀ ਗੱਲ ਹੈ। ਔਰ ਅਗਰ ਸਾਡੀ ਸਮਝ ਵਿੱਚ ਆ ਜਾਏ ਤੇ ਅਸੀਂ ਹਰ ਦਿਨ ਬੜਾ ਸੋਚ ਸਮਝ ਕੇ ਆਪਣੀ ਊਰਜਾ ਖਰਚ ਕਰਾਂਗੇ ਔਰ ਆਪਣੀ ਊਰਜਾ ਨੂੰ ਵਧਾਉਂਦੇ ਹੀ ਰਹਾਂਗੇ, ਕਿਉਂਕਿ ਊਰਜਾ ਨੂੰ ਵਧਾਉਣਾ ਹੀ ਸਾਡੇ ਸਵਸਥ ਰਹਿਣ ਦਾ, ਤੰਦਰੁਸਤ ਰਹਿਣ ਦਾ ਰਾਜ ਹੈ। ਤੇ ਸਾਰੇ ਅਸੀਂ ਮਿਲ ਕਰ ਇਹ 7 ਦਿਨ ਇਸ ਧਿਆਨ ਊਰਜਾ ਦੇ ਬਾਰੇ ਵਿੱਚ ਹੋਰ ਗਹਿਰਾਈ ਵਿੱਚ ਵਿਚਾਰ ਕਰਾਂਗੇ, ਅਨੁਭਵ ਕਰਾਂਗੇ ਔਰ ਇਸ ਨੂੰ ਜਾਣਾਂਗੇ। ਅੱਜ ਲਈ ਇਤਨਾ ਹੀ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਔਰ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਚੈਟ ਬਾਕਸ ਵਿੱਚ ਲਿਖ ਸਕਦੇ ਹੋ ਤੁਸੀਂ ਕਿਹੜੇ-ਕਿਹੜੇ ਕੰਟਰੀ ਤੋਂ ਸਾਡੇ ਨਾਲ ਜੁੜੇ ਹੋ, ਤਾਂ ਕਿ ਅਗਰ ਅੱਜ ਅਸੀਂ ਜਿਹੜਾ ਮੈਸੇਜ ਅਸੀਂ ਪਾਵਾਂਗੇ ਅਸੀਂ ਥੋੜਾ ਟਾਈਮ ਉਸ ਹਿਸਾਬ ਨਾਲ ਹੋਰ ਉਹਦੇ ਵਿੱਚ ਐਡ ਕਰ ਸਕੀਏ। ਔਰ ਤੁਸੀਂ ਚੈਟ ਬਾਕਸ ਵਿੱਚ ਲਿਖ ਕੇ ਸਾਨੂੰ ਦੱਸ ਸਕਦੇ ਹੋ ਤੁਸੀਂ ਕਿਹੜੇ-ਕਿਹੜੇ ਕੰਟਰੀ ਤੋਂ ਜੁੜੇ ਹੋ। ਔਰ ਮੈਂ ਕਮਲਜੀਤ ਮੈਡਮ ਨੂੰ ਕਵਾਂਗੀ ਕਿ ਉਹ ਜਿਨ੍ਹਾਂ ਨੂੰ ਕੁਝ ਪਾਰਟਿਸਿਪੈਂਟਸ ਨੂੰ ਗੱਲ ਕਰਾਉਣਾ ਚਾਹੁੰਦੇ ਹਨ, ਕਿਉਂਕਿ ਉਹ ਸਾਰਿਆਂ ਨੂੰ ਜਾਣਦੇ ਹਨ, ਤੇ ਉਹ ਉਹਨਾਂ ਪਾਰਟਿਸਿਪੈਂਟਸ ਨਾਲ ਗੱਲ ਕਰਾਉਣ। ਔਰ ਕਿਸੇ ਦਾ ਕੋਈ ਪ੍ਰਸ਼ਨ ਹੈ ਤੇ ਤੁਸੀਂ ਆਪਣਾ ਹੱਥ ਉੱਚਾ ਕਰਕੇ ਸਾਡੇ ਕੋਲੋਂ ਪ੍ਰਸ਼ਨ ਪੁੱਛ ਸਕਦੇ ਹੋ ਅੱਜ ਦੇ ਬਾਰੇ ਵਿੱਚ, ਅੱਜ ਜੋ ਅਸੀਂ ਸਮਝਿਆ ਹੈ ਸਿਰਫ ਉਸ ਦੇ ਬਾਰੇ ਵਿੱਚ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਸਮੇਂ ਕੱਢਣ ਲਈ।